सुनने वाले सब बहन भाइयों के ऊपर प्रभु यीशु मसीह का अनुग्रह बना रहे। हाउ कैन आई स्टॉप सिनिंग? ਅੱਜ ਅਸੀਂ ਪਵਿੱਤਰ ਸ਼ਾਸਤਰ 'ਚੋਂ ਇਹ ਦੇਖਾਂਗੇ ਕਿ ਅਸੀਂ ਪਾਪ ਕਰਨਾ ਕਿਵੇਂ ਬੰਦ ਕਰ ਸਕਦੇ ਹਾਂ। ਆਈ ਲਵ ਜੀਸਸ ਬਟ ਕੈਨਟ ਹੈਲਪ ਫਾਲਿੰਗ ਇਨਟੂ ਸਿਨ। ਮੈਂ ਪਰਮਾਤਮਾ ਨਾਲ ਬਹੁਤ ਪਿਆਰ ਕਰਦਾ ਤੇ ਫਿਰ ਵੀ ਸਾਰੇ ਭੈਣ ਭਰਾ ਜਿਹੜੇ ਮੰਨਦੇ ਨੇ ਉਹ ਕਹਿ ਦਿੰਦੇ ਕਿਸੇ ਵੇਲੇ ਕਿ ਮੈਂ ਪਾਪ ਦੇ ਵਿੱਚ ਡਿੱਗ ਜਾਣਾ। ਐਕਚੁਅਲੀ ਇਹ ਕਿਉਂ ਹੁੰਦਾ ਕਿ ਅਸੀਂ ਪਾਪ ਦੇ ਵਿੱਚ ਕਿਉਂ ਡਿੱਗ ਜਾਂਦੇ ਹਾਂ? ਅਸੀਂ ਇਸ ਕਰਕੇ ਡਿੱਗ ਜਾਂਦੇ ਹਾਂ ਕਿ ਫੇਥ ਸਾਡਾ ਜਿਹੜਾ ਵਾ ਉਹ ਵੀਕ ਹੋ ਜਾਂਦਾ, ਕਮਜ਼ੋਰ ਹੋ ਜਾਂਦਾ। ਕਿਸ ਤਰ੍ਹਾਂ ਹੋ ਜਾਂਦਾ? ਸੈਟਨ ਵਾਂਟਸ ਅਸ ਟੂ sin because it weakens faith। ਜੋ ਸ਼ੈਤਾਨ ਆ ਨਾ ਉਹ ਸਾਡੇ ਉਕਸਾਉਂਦਾ ਸਾਨੂੰ ਪਾਪ ਕਰਨ ਦੇ ਲਈ, ਤੇ ਅਸੀਂ ਉਦੋਂ ਕੀ ਹੁੰਦੇ ਆ? ਕਮਜ਼ੋਰ ਹੋ ਜਾਂਦੇ ਆ। ਤੇ ਇਸ ਤਰ੍ਹਾਂ ਅਸੀਂ ਪਾਪ ਦੇ ਵਿੱਚ ਪੈ ਜਾਂਦੇ ਆ। ਹੁਣ ਕੁਛ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਵਾਸਤੇ ਪਵਿੱਤਰ ਸ਼ਾਸਤਰ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ ਕਿਵੇਂ ਅਸੀਂ ਅਮਲ ਕਰਦੇ ਹਾਂ ਤੇ ਉਹ ਸਾਨੂੰ ਕਿਵੇਂ ਸੁਣਨਾ ਔਰ ਸਮਝਣਾ ਚਾਹੀਦਾ, ਉਹ ਸਾਨੂੰ ਸਾਰਾ ਕੁਛ ਸਾਡਾ ਪਵਿੱਤਰ ਸ਼ਾਸਤਰ ਜਿਹੜਾ ਵਾ ਸਾਨੂੰ ਸਿਖਾਉਂਦਾ ਵਾ। ਕੀ ਸਿਖਾਉਂਦਾ? ਕਿ ਜੇਮਜ਼ ਫਸਟ the 14 and 15 हर कोई बात बुरी ਜਿਹੜੀ ਹੁੰਦੀ ਆ ਉਹਦੇ 'ਚ ਅਸੀਂ ਫਸ ਜਾਂਦੇ ਆ। ਤੇ ਜਦੋਂ ਅਸੀਂ ਉਸ ਬੁਰੀ ਬਾਤ ਦੇ ਵਿੱਚ ਫਸ ਜਾਂਦੇ ਆ ਤੇ ਫਿਰ ਸਾਨੂੰ ਪ੍ਰੀਖਿਆ में पढ़ना पड़ता है। ਫਿਰ ਸਾਨੂੰ ਪ੍ਰੀਖਿਆ ਦੇ ਵਿੱਚ ਅਸੀਂ ਆ ਜਾਂਦੇ ਹਾਂ। फिर जब वह इच्छा गर्भवती हुई तो पाप पूरा बढ़ जाता है और वह मौत को जन्म देता है। ਦੇਖੋ ਭੈਣ ਭਰਾਓ, ਜਦੋਂ ਸਾਡੇ ਮਨ ਦੇ ਵਿੱਚ ਕੋਈ ਇੱਛਾ ਆ ਜਾਂਦੀ ਹੈ ਮਾੜੀ, ਤਾਂ ਸਾਨੂੰ ਕੀ ਬੁਰੀ, ਜਦੋਂ ਵੀ ਕੋਈ ਸਾਡੇ ਵਿੱਚ ਇੱਛਾ ਆਏਗੀ ਤਾਂ ਉਹ ਸਾਨੂੰ ਪਾਪ ਦੇ ਵਿੱਚ ਫਸਾ ਦਿੰਦੀ ਆ ਤੇ ਫਿਰ ਅਸੀਂ ਪ੍ਰੀਖਿਆ ਦੇ ਵਿੱਚ ਪੈ ਜਾਂਦੇ ਹਾਂ। ਤੇ ਜਦੋਂ ਸਾਡੀ ਇੱਛਾ ਪ੍ਰਬਲ ਹੁੰਦੀ ਆ ਤੇ ਪੂਰਾ ਕਰਦੀ ਆ ਗਰਭਵਤੀ ਹੋ ਕੇ, ਤੇ ਉਹ ਕੀ ਹੋ ਜਾਂਦਾ ਸਾਡੇ ਨਾਲ ਕਿ ਸਾਡੇ ਅੰਦਰ ਇੱਕ ਮੌਤ ਦਾ ਡਰ ਸਾਨੂੰ ਲੱਗਣ ਲੱਗ ਪੈਂਦਾ। ਤੇ ਇਹ ਕੀ ਆ ਕਿ ਸਾਡਾ ਪਾਪ ਤੇ ਹੋ ਗਿਆ ਸਾਡੇ ਕੋਲੋਂ, ਹੁਣ ਉਹਦਾ ਅੰਤ ਕੀ ਆ? ਪਾਪ ਦਾ ਅੰਤ ਮੌਤ। ਇਸ ਲਈ ਹਰ ਇੱਕ ਵਿਅਕਤੀ, ਉਹ ਆਦਮ ਦੀ ਵੀ ਗੱਲ ਕਰਾਂਗੇ ਇਹਦੇ ਵਿੱਚ, ਕਿ ਦੁਆਰਾ ਜੈਸਾ ਧਰਤੀ ਤੇ ਪਾਪ ਆਇਆ और पाप में मृत्यु, इस प्रकार मृत्यु सब लोगों के लिए आई क्योंकि सब ने पाप किया था। पाप कदों शुरू होया? ਐਡਮ ਔਰ ਈਵ ਦੇ ਜਦੋਂ ਗਾਰਡਨ ਦੇ ਵਿੱਚ ਉਹਨਾਂ ਨੂੰ ਮਨਾ ਕੀਤਾ ਗਿਆ ਕਿ ਤੁਸੀਂ ਇਹ ਫਲ ਜਿਹੜਾ ਨਹੀਂ ਖਾਣਾ, ਤੇ ਉਸ ਆਦਮੀ ਨੇ ਫਿਰ ਉਹ ਫਲ ਖਾਧਾ ਤੇ ਉਦੋਂ ਪਰਮਾਤਮਾ ਨੇ ਉੱਥੋਂ ਉਹਨਾਂ ਨੂੰ ਕੱਢ ਦਿੱਤਾ ਤੇ ਉਹ ਪਾਪ ਦੇ ਵਿੱਚ ਪੈ ਗਏ। ਇਸ ਤਰ੍ਹਾਂ ਕੀ ਆ ਕਿ ਪਾਪ ਵਧਣਾ ਸ਼ੁਰੂ ਹੋ ਗਿਆ ਤੇ ਹਰ ਬੰਦੇ ਨੇ ਫਿਰ ਕੀ ਉਹ ਪਾਪ ਕੀਤਾ। ਤਾਂ ਅਸੀਂ ਅੱਜ ਜਦੋਂ ਵੀ ਪਾਪ ਕਰਦੇ ਕਿਸੇ ਤਰ੍ਹਾਂ ਦਾ ਵੀ, ਤੇ ਸਾਡੀ ਜਿਹੜੀ ਸਜ਼ਾ ਵਾ ਉਹ ਕੀ ਆ? मौत। 2 Corinthians 5:17
इसलिए यदि कोई मसीह में स्थित है, वो प्रभु की नई सृष्टि का अंग है। पुरानी बातें जाती रही, सब कुछ नया हो गया। ਹੁਣ ਪ੍ਰਭੂ ਜੀ ਸਾਨੂੰ ਇੱਥੇ ਕੀ ਸਮਝਾਉਂਦੇ ਨੇ ਕਿ ਜਦੋਂ ਅਸੀਂ ਬੈਪਟਿਜ਼ਮ ਲੈ ਲੈਂਦੇ ਹਾਂ ਤੇ ਅਸੀਂ ਮਸੀਹ ਦੇ ਵਿੱਚ ਮਜ਼ਬੂਤ ਹੋ ਜਾਂਦੇ ਹਾਂ ਤੇ ਅਸੀਂ ਕੀ ਆ, ਨਵੀਂ ਸ੍ਰਿਸ਼ਟੀ ਦੇ ਅੰਗ ਬਣ ਜਾਂਦੇ ਹਾਂ ਤੇ ਪੁਰਾਣੀਆਂ ਗੱਲਾਂ ਸਾਰੀਆਂ ਖਤਮ ਹੋ ਜਾਂਦੀਆਂ ਤੇ ਸਭ ਕੁਝ ਨया ਹੋ ਜਾਂਦਾ। ਹੁਣ ਆਦੇ ਬਾਰੇ 'ਚ ਤੁਹਾਨੂੰ 4-5 ਮੈਂ ਵਰਸ ਪੜ੍ਹ ਕੇ ਸੁਣਾਉਣਾ ਕਿ ਸਾਨੂੰ ਕੀ ਕਰਨਾ ਚਾਹੀਦਾ, ਕਿ ਕੀ ਗੱਲ ਹੁੰਦੀ ਆ ਕਿ ਪਾਪ ਤੋਂ ਅਸੀਂ ਕਿਵੇਂ ਬਚ ਸਕੀਏ। ਡੇਲੀ क्विट टाइम, फिलिपियन 4:8। हे भाइयों, उन बातों का ध्यान करो जो सच्चियाँ हैं और जो सच होने वाली हैं और जो उच्चत हैं, जो पवित्र है, जो आनंददायी हो, जो सराहने जोग हो, और जो कोई भी अन्य गुण या कोई प्रशंसा। ਇਹਨਾਂ ਵੱਲ ਸਾਨੂੰ ਜਿਹੜਾ ਵਾ ਉਹ ਧਿਆਨ ਦੇਣਾ ਚਾਹੀਦਾ। ਦੂਸਰਾ, ਸਾਨੂੰ ਕਿਸ ਚੀਜ਼ ਤੋਂ ਬਚਣਾ ਚਾਹੀਦਾ? ਰਨ ਫਰੋਮ ਟੈਂਪਟੇਸ਼ਨ। ਜਿਹੜੀਆਂ ਸਾਡੀਆਂ ਲਾਲਚਾਵਾਂ ਨੇ, ਸਾਨੂੰ ਟੈਂਪਟ ਕਰਦੀਆਂ ਚੀਜ਼ਾਂ, ਉਹਨਾਂ ਤੋਂ ਸਾਨੂੰ ਭੱਜ ਜਾਣਾ ਚਾਹੀਦਾ। ਜੇਮਸ 4:7 ਮੈਂ ਤੁਹਾਨੂੰ ਸੁਣਾਉਣਾ, ਉਹਦੇ 'ਚ ਕੀ ਪ੍ਰਭੂ ਨੇ ਸਾਨੂੰ ਸਿੱਖਿਆ ਦਿੱਤੀ ਤੇ ਕਿਵੇਂ ਰਹਿਣਾ ਚਾਹੀਦਾ। इसलिए अपने आप को परमेश्वर के अधीन कर दो। ਸਾਨੂੰ ਸਾਰਿਆਂ ਭੈਣ ਭਰਾਵਾਂ ਨੂੰ ਕੀ ਕਰਨਾ ਚਾਹੀਦਾ ਕਿ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ 'ਚ ਦੇ ਦੇਣਾ ਚਾਹੀਦਾ। ਸ਼ੈਤਾਨ ਦਾ ਵਿਰੋਧ ਕਰੋ। ਜਦੋਂ ਵੀ ਸਾਡੇ ਮਨ ਦੇ ਵਿੱਚ ਸ਼ੈਤਾਨ ਇਹ ਗੱਲ ਪਾਵੇ, ਉਕਸਾਵੇ ਸਾਨੂੰ ਕਿਸ ਪਾਸੇ, ਗਲਤ ਕੰਮ ਕਰਨ ਵਾਸਤੇ, ਤੇ ਉਦੋਂ ਕੀ ਆ, ਉਹਦਾ ਵਿਰੋਧ ਕਰੋ। वह तुम्हारे सामने से भाग खड़ा हो जाएगा। शैतान भाजेगा। ਜਦੋਂ ਵੀ ਤੁਸੀਂ ਬਾਈਬਲ ਨੂੰ ਫੜਿਆ ਤੇ ਪੜ੍ਹਨਾ ਸ਼ੁਰੂ ਕੀਤਾ ਤੇ ਸ਼ੈਤਾਨ ਉੱਥੇ ਨਹੀਂ ਰਹੇਗਾ। ਤੇ ਇਸ ਤੋਂ ਬਾਅਦ ਥਰਡ ਸਾਡੇ 'ਚ ਕੀ ਉਹਨਾਂ ਨੇ ਅਪਾਏ ਕੀਤਾ ਕਿ ਇਹਦੇ 'ਚ ਕਨਫੈਸ ਵਿਦ ਸਮਵਨ, ਕਿ ਕਿਸੇ ਇੱਕ ਦੇ ਦੂਸਰੇ ਦੇ ਸਾਹਮਣੇ ਕਨਫੈਸ ਕਰ ਲੈਣਾ। ਜੇਮਸ 5:16। इसलिए अपने पापों को परस्पर स्वीकार और एक दूसरे के लिए प्रार्थना करो कि तुम शक्तिशाली और प्रवाहपूर्ण हो। कि एक दूसरे ਨੂੰ ਪ੍ਰਾਰਥਨਾ ਕਰਨ ਲਈ ਕਹੋ ਕਿ ਮੇਰੀ ਅੱਜ ਵੀ ਤੂੰ ਭੈਣ ਭਰਾ ਮੇਰੇ ਲਈ ਪ੍ਰਾਰਥਨਾ ਕਰ। ਤੇ ਪ੍ਰਾਰਥਨਾ ਕਰਨ ਵਾਲਾ ਤੇ ਕਰਾਉਣ ਵਾਲਾ ਉਹ ਵੀ ਜਿਹੜਾ ਪ੍ਰਭੂ ਦੇ ਕੋਲੋਂ ਆਪਣੇ ਸਾਰੇ ਪਾਪ ਜਿਹੜਾ ਉਹ ਸਵੀਕਾਰ ਕਰ ਲੇ ਤੇ ਪ੍ਰਭੂ ਸਾਡਾ ਕੀ ਕਰੂਗਾ? ਸਾਰਿਆਂ ਪਾਪਾਂ ਦੀ ਮਾਫੀ ਦੇ ਦੂਗਾ। ਨੰਬਰ 4 ਇਹਦੇ 'ਚ ਪੜ੍ਹਦੇ ਹਾਂ, ਆਸਕ ਗੋਡ ਡੇਲੀ ਫਾਰ ਫਰੈਸ਼ ਸਟਾਰਟ। ਜਿਹੜਾ ਅਸੀਂ ਰੋਜ਼ ਆ ਪਰਮਾਤਮਾ ਨੂੰ ਕੀ ਕਹਿ ਸਕਦੇ ਆ ਕਿ ਨਵਾਂ ਦਿਨ ਚੜ੍ਹਿਆ ਤੇ ਸਾਡੇ ਲਈ ਅੱਜ ਨਵੀਂ ਜ਼ਿੰਦਗੀ, ਅੱਜ ਦਾ ਦਿਨ ਯਹੋਵਾ ਨੇ ਬਣਾਇਆ ਮੇਰੇ ਲਈ ਤੇ ਮੈਂ ਇਹਦੇ ਵਿੱਚ ਆਨੰਦਿਤ ਰਹੂੰਗਾ। ਸੋ ਲੈਮੀਟੇਸ਼ਨਸ ਵਿਲਾਪ ਗੀਤ ਦੇ ਵਿੱਚੋਂ 3:23 ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਹਰ ਸੁਬਹ वो नए हो जाते हैं, ये योजना तेरी सच्चाई, ये यहोवा ये तेरी सच्चाई महान है। हर सुबह वो नए हो जाते हैं, ये यहोवा तेरी सच्चाई महान है। देखो भैन भराओ, ਜਦੋਂ ਅਸੀਂ ਸਵੇਰੇ ਉੱਠਦੇ ਹਾਂ ਬਿਲਕੁਲ ਫਰੈਸ਼ ਉੱਠਦੇ ਹਾਂ। ਪ੍ਰਭੂ ਯੀਸ਼ੂ ਨੂੰ ਯਾਦ ਕਰੋ, ਸਾਨੂੰ ਸਵੇਰ ਹੋਈ ਆ ਕਿ ਅੱਜ ਦਾ ਦਿਨ ਯਹੋਵਾ ਨੇ ਬਣਾਇਆ, ਮੈਂ ਇਹਦੇ 'ਚ ਆਨੰਦਿਤ ਰਹੂੰ। ਇਹ ਸੱਚਾਈ ਆ ਕਿ ਅਸੀਂ ਅੱਜ ਸਵੇਰੇ ਉੱਠੇ ਆ ਤਾਂ ਬੋਲਦੇ ਪਏ ਆ। ਕਿੰਨਾ ਖੁਸ਼ੀ ਦਾ ਦਿਨ ਆ ਕਿ ਇਹ 'ਚ ਕੀ ਖੁਸ਼ੀ ਇਹ ਵੀ ਨੋਟ ਕਰੋ ਕਿ ਸਾਰੇ ਸੰਸਾਰ ਦੇ ਵਿੱਚ
2 ਲੱਖ ਐਸੇ ਲੋਕ ਨੇ ਜੋ ਰਾਤ ਨੂੰ ਸੌਂਦੇ ਤੇ ਸਵੇਰੇ ਨਹੀਂ ਉੱਠਦੇ, ਤੇ ਤੁਸੀਂ ਉੱਠੇ ਜੋ, ਜੀਂਦਾ ਜੋ, ਤੇ ਸਵੇਰੇ ਤੁਹਾਡੇ ਲਈ ਕੀ ਆ? ਯਹੋਵਾ ਨੇ ਜਿਹੜਾ ਦਿਨ ਬਣਾਇਆ ਉਹਦੇ 'ਚ ਆਨੰਦਿਤ ਹੋਣਾ ਵਾ। ਤੇ ਇਹ ਬਿਲਕੁਲ 16 ਨੇ ਯਹੋਵਾ ਤੇਰੀ ਸੱਚਾਈ ਮਹਾਨ ਹੈ। ਫਿਰ ਇਜ਼ੀਕਲ 36 ਦਾ 26 एंड 27, परमेश्वर ने कहा मैं तुम्हारे लिए आत्मा भी नहीं भरूंगा। ਹੁਣ ਸਾਡੇ ਵਾਸਤੇ ਪਰਮਾਤਮਾ ਕਹਿੰਦਾ ਕਿ ਜਿਹੜੀ ਤੇਰੇ ਅੰਦਰ ਆਤਮਾ, ਤੇ ਸਾਨੂੰ ਇਹ ਇਜ਼ੀਕਲ ਦੇ ਵਿੱਚ ਕੀ ਦੱਸਿਆ ਜਾਂਦਾ ਕਿ ਮੈਂ ਤੇਰੇ ਅੰਦਰ ਨਵੀਂ ਆਤਮਾ ਭਰੂੰਗਾ ਤੇ ਤੁਹਾਡੇ ਸੋਚਣੇ ਦਾ ਢੰਗ ਬਦਲੂੰਗਾ। ਜਿਸ ਤਰ੍ਹਾਂ ਅਸੀਂ ਹੁਣ ਸੋਚਦੇ, ਉਹ ਕਹਿੰਦਾ ਮੈਂ ਤੇਰਾ ਸਾਰਾ ਢੰਗ ਬਦਲ ਦਊਂਗਾ। ਮੈਂ ਤੁਹਾਡੇ ਸਰੀਰ ਵਿੱਚੋਂ ਕਠੋਰ ਹਿਰਦੇ ਕੋ ਬਾਹਰ ਕਰੂੰਗਾ। ਜਿਹੜਾ ਕਠੋਰ ਹਿਰਦੇ ਅਸੀਂ ਸਖਤ ਬਣਾਇਆ ਨਾ, ਪਾਪ ਵੱਲ ਤੁਰੇ ਜਾਂਦੇ ਆ, ਉਹ ਕਹਿੰਦਾ ਕਿ ਮੇਰਾ ਇੱਕ ਵਾਰ ਦੁਆਰ ਖਟਖਟਾਓ, ਮੈਨੂੰ ਆਪਣੇ ਹਿਰਦੇ 'ਚ ਆਉਣ ਦਿਓ, ਤੇ ਮੈਂ ਤੁਹਾਡਾ ਕਠੋਰ ਹਿਰਦੇ ਨੂੰ ਵੀ ਖਤਮ ਕਰ ਦੂੰਗਾ ਤੇ ਨਵਾਂ ਹਿਰਦਾ, ਸੌਫਟ, ਨया ਤੇ ਕੋਮਲ ਹਿਰਦਾ ਤੁਹਾਡੇ ਅੰਦਰ ਦੂੰਗਾ। ਮੈਂ ਤੁਹਾਰੇ ਭੀਤਰ ਆਪਣੀ ਆਤਮਾ ਵਸਾਊਂਗਾ। ਪਰਮਾਤਮਾ ਵੇਖੋ ਕਿੰਨੀ ਸਾਡੀ ਹੈਲਪ ਕਰ ਰਿਹਾ ਕਿ ਆਪਣੀ ਆਤਮਾ ਸਾਡੇ ਅੰਦਰ ਪਰਮਾਤਮਾ ਕਹਿੰਦਾ ਮੈਂ ਵਸਾਊਂਗਾ। ਮੈਂ ਸਾਰਾ ਤੁਮੇ ਬਦਲ ਦੂੰਗਾ। ਪਰਮਾਤਮਾ ਨੇ ਕਿੱਡਾ ਵੱਡਾ ਵਚਨ ਸਾਡੇ ਨਾਲ ਕੀਤਾ ਕਿ ਮੈਂ ਸਾਰਾ ਤੈਨੂੰ ਨਵਾਂ ਕਰ ਦੂੰ, ਤੇਰੀ ਸੋਚ ਬਦਲ ਦੂੰ, ਤੈਨੂੰ ਕਠੋਰ ਹਿਰਦੇ ਦੂਰ ਕਰ ਦੂੰ ਤੇ ਸਾਰਾ ਨਵਾਂ ਤੁਹਾਨੂੰ ਬਣਾ ਦੂੰਗਾ। ਮੈਂ ਸਾਰਾ ਤੁਮੇ ਬਦਲ ਦੂੰਗਾ ਜਿਸਸੇ ਤੂੰ ਮੇਰੀਆਂ ਸਾਰੀਆਂ ਹੁਕਮਾਂ ਦੀ ਪਾਲਣਾ ਕਰੇਗਾ। ਫਿਰ ਤੂੰ ਮੇਰੇ ਸਾਰੇ ਹੁਕਮਾਂ ਨੂੰ ਮੰਨੇਗਾ ਤਾਂ ਉਹਦੀ ਪਾਲਣਾ ਕਰ। ਤੋ ਇੱਥੇ ਕੀ ਆ? ਤੁਸੀਂ ਸਾਵਧਾਨੀ ਦੇ ਨਾਲ ਮੇਰੇ ਜਿਹੜੇ ਆਦੇਸ਼ ਦਿੱਤੇ ਨੇ ਉਹਨਾਂ ਦੀ ਪਾਲਣਾ ਕਰੋ। 5ਵੀਂ ਸਾਨੂੰ ਗੱਲ ਕੀ ਦੱਸੀ ਇਹਦੇ 'ਚ? ਆਸਕ ਜੀਸਸ ਟੂ ਹੈਲਪ ਯੂ। ਫਿਰ ਆਪਣੇ ਪਰਮਾਤਮਾ ਨੂੰ ਕੀ ਕਰੋ ਕਿ ਪਾਪ ਕਰਨ ਤੋਂ ਉਹਨੂੰ ਕਹੋ ਜੀ ਮੈਨੂੰ ਤੁਸੀਂ ਮਦਦ ਕਰੋ। ਹੀਬਰੂ 13 ਦਾ 5। अपने जीवन को धन की लालच से मुक्त करो। परमात्मा ने किहड़ा लालच, जिहड़ा सानू धन दा लालच आ ना, ਉਹਨੂੰ ਮੁਕਤ ਕਰ ਦਿਓ। ਜਿਹੜੀ ਇਮਾਨਦਾਰੀ ਦੀ ਕਮਾਈ ਆ ਉਹਨੂੰ ਕਮਾਓ। जो कुछ तुम्हारे पास है उसी में संतुष्ट रहो, क्योंकि प्रभु जी ने कहा है कि मैं तुमसे कभी नहीं छोड़ूंगा। प्रभु ने की किया? मैं तुम्हें कभी नहीं छोड़ूंगा ते ना त्यागूंगा। ਹੋਰ ਸਾਨੂੰ ਭੈਣ ਭਰਾਓ ਕੀ ਚਾਹੀਦਾ? ਤੇ ਅਸੀਂ ਕਿਉਂ ਧਨ ਜਿਹੜਾ ਵਾ ਉਹ ਲਾਲਚ ਦੇ ਵਿੱਚ ਆ ਕੇ ਜਿਹੜਾ ਵਾ ਉਹ ਕਮਾਉਣਾ? ਸੋ ਇਸ ਕਰਕੇ ਜਦੋਂ ਪ੍ਰਭੂ ਨੇ ਵਾਅਦਾ ਕਰ ਲਿਆ ਸਾਡੇ ਨਾਲ, ਕੀ ਵਾਅਦਾ ਕਰ ਲਿਆ? ਕਿ ਮੈਂ ਨਾ ਤੁਹਾਨੂੰ ਛੋੜੂੰਗਾ ਤੇ ਨਾ ਤਿਆਗੂੰਗਾ, ਤੁਹਾਡੇ ਨਾਲ ਰਹੂੰਗਾ। ਤੇ ਤੁਸੀਂ ਜਦੋਂ ਮੈਂ ਤੁਹਾਡਾ ਸਾਰਾ ਹਿਰਦੇ ਬਦਲ ਦਊਂਗਾ, ਨਵਾਂ ਕਰ ਦਊਂਗਾ, ਤੇ ਤੁਸੀਂ ਮੇਰੀ ਆਗਿਆ ਨੂੰ ਮੰਨੋਗੇ ਤੇ ਪਾਪ ਤੋਂ ਆਪੇ ਦਿਲ ਫੇਰ ਦਿਓਗੇ। ਸੋ ਕੀ ਕੀਤਾ ਸੀ ਕਿ ਪ੍ਰਭੂ ਦੇ ਵਿੱਚ ਵਿਸ਼ਵਾਸ ਕਰਕੇ ਪ੍ਰਭੂ ਨੂੰ ਆਪਣੇ ਹਿਰਦੇ 'ਚ ਬਿਠਾ ਕੇ ਉਹਨਾਂ ਦੀ ਆਗਿਆ ਦਾ ਪਾਲਨ ਕੀਤਾ, ਤੇ ਇਹ ਚੀਜ਼ ਨੂੰ ਕਰਨ ਲੱਗਿਆ ਅਸੀਂ ਪ੍ਰਭੂ ਦੇ ਕੋਲ ਪਹੁੰਚ ਗਏ। ਸੋ ਹੁਣ ਆਪਾਂ ਕੀ ਕਰਦੇ ਹਾਂ ਕਿ ਦੇਖਦੇ ਇੱਥੇ ਸਾਨੂੰ ਪ੍ਰਭੂ ਜੀ ਕੀ ਕਹਿੰਦੇ ਆ। ਸਾਡੇ ਯਾਦ ਰੱਖਣ ਵਾਸਤੇ ਸਾਨੂੰ ਕੁਝ ਗੱਲਾਂ ਕਹੀਆਂ ਗਈਆਂ। ਕੀ ਨੇ? ਇਫ ਯੂ ਫਾਈਂਡ ਯੂਅਰ ਸੈਲਫ ਇਨ ਦੀ ਡਾਰਕ ਐਲੀ ਆਫ ਲਾਈਫ, ਰਿਮੈਂਬਰ ਦੈਟ ਜੀਸਸ ਇਜ਼ ਦਾ ਲਾਈਟ। ਬੜੀ ਸੋਹਣੀ ਤਰ੍ਹਾਂ ਸਮਝ ਲਓ ਗੱਲ ਇਹ ਕਿ ਜੇਕਰ ਤੁਹਾਨੂੰ ਦੁੱਖ ਵਿੱਚ ਤੁਸੀਂ ਜੇ, ਕਲੇਸ਼ 'ਚ ਜੇ, ਗਲਤ ਕੰਮਾਂ 'ਚ ਜੇ, ਡਰੰਕ ਹੋ ਗਏ ਜੇ, ਤੇ ਤੁਸੀਂ ਕੀ ਆ? ਇਫ ਯੂ ਫਾਈਂਡ ਯੂਅਰ ਸੈਲਫ ਇਨ ਦੀ ਡਾਰਕ ਐਲੀ ਆਫ ਲਾਈਫ, ਰਿਮੈਂਬਰ ਦੈਟ ਜੀਸਸ ਇਜ਼ ਦਾ ਲਾਈਟ। ਸੋ ਕੀ ਕਰੋ? ਬਾਈਬਲ ਲਓ, ਉਹਦਾ ਸਹਾਰਾ, ਉਹਨੂੰ ਪੜ੍ਹਨਾ ਸ਼ੁਰੂ ਕਰੋ। ਤੋ ਇੱਕ ਕੀ ਆ? ਲਾਈਟ। ਲਾਈਟ, ਜਿੱਥੇ ਲਾਈਟ ਆ ਉੱਥੇ ਅੰਧੇਰਾ ਨਹੀਂ ਰਹਿ ਸਕਦਾ। ਇਸ ਕਰਕੇ ਜਿੱਥੇ ਪ੍ਰਭੂ ਦੇ ਸ਼ਬਦ ਨੇ ਤੁਸੀਂ ਪੜ੍ਹਨੇ ਆ, ਉੱਥੇ ਕੀ ਆ? ਸਾਰੇ ਦੁੱਖ ਖਤਮ।
seek the one true light and he shall make your path straight। ਸੱਚੀ ਜਿਹੜੀ ਲਾਈਟ ਆ ਨਾ, ਸੱਚਾ ਗਿਆਨ ਜਿਹੜਾ ਸਾਡਾ ਵਾ, ਉਹ ਕੀ ਕਰਦਾ ਸਾਡਾ? ਉਹ ਪ੍ਰਭੂ ਦੇ ਕੋਲ ਆ ਤੇ ਉਹ ਸਾਡਾ ਸਾਰਾ ਰਸਤਾ ਹੀ ਸਿੱਧਾ ਕਰ ਦਿੰਦਾ। ਸੋ ਸੀਕ ਦੀ one true light and he shall make your path straight। ਇਹ ਪ੍ਰੋਵਰਬਸ 3 ਦਾ 6 ਆ। ਫਿਰ ਰਿਮੈਂਬਰ ਕੀ ਕਰਨਾ ਅਸੀਂ ਇਹਨਾਂ ਗੱਲਾਂ ਨੂੰ? each day is a new day with Christ, he loves you with an everlasting love। ਕਿੱਡਾ ਵੱਡਾ ਸਾਡੇ ਲਈ ਇਹ ਪਿਆਰ ਆ ਕਿ ਸਾਡਾ ਪਿਤਾ ਪ੍ਰਭੂ ਯੀਸ਼ੂ ਉਹ ਕਹਿ ਰਿਹਾ ਕਿ ਹਰ ਰੋਜ਼ ਮੈਂ ਨਵੇਂ ਦਿਨ 'ਚ ਤੈਨੂੰ ਇੰਨਾ ਪਿਆਰ ਕਰਦਾ ਕਿ ਤੈਨੂੰ ਸੋਚਣ ਦੀ ਲੋੜ ਹੀ ਨਹੀਂ। ਐਵਰਲਾਸਟਿੰਗ ਲਵ ਵਿਦ ਯੂ। ਹੋਰ ਭੈਣ ਭਰਾ, ਸਾਨੂੰ ਕੀ ਚਾਹੀਦਾ? ਜੇ ਸਾਡਾ ਪ੍ਰਭੂ ਸਾਨੂੰ ਇੰਨਾ ਪਿਆਰ ਕਰਦਾ ਤੇ ਜੇ ਪ੍ਰਭੂ ਸਾਡੇ ਨਾਲ ਆ ਤਾਂ ਸਾਨੂੰ ਕਿਸੇ ਤੋਂ ਡਰ ਦੀ ਕੋਈ ਜ਼ਰੂਰਤ ਨਹੀਂ। ਮਤ ਡਰੋ ਔਰ ਕੋਈ ਪਾਪ ਨਾ ਕਰੋ, ਜ਼ਿੰਦਗੀ ਬਹੁਤ ਵਧੀਆ ਜੀਓਗੇ। ਓਨਲੀ ਦੋਜ਼ ਹੂ ਆਰ ਕਲੀਨਸਡ ਆਫ ਸਿਨ ਕੈਨ ਐਂਟਰ ਦਾ ਕਿੰਗਡਮ ਆਫ ਹੈਵਨ। ਇੱਥੇ ਸਾਨੂੰ ਇੱਕ ਸਿੱਖਿਆ ਦਿੱਤੀ ਗਈ ਆ। ਕੀ ਦਿੱਤੀ ਗਈ? ਕਿ ਉਹ ਲੋਕ ਜਿਹੜੇ ਸਿਨ ਤੋਂ, ਪਾਪ ਤੋਂ ਸਾਫ਼ ਹੋ ਗਏ ਨੇ, ਛੱਡ ਦਿੱਤਾ, ਉਹ ਮੇਰੇ ਰਾਜ ਦੇ ਵਿੱਚ ਐਂਟਰ ਕਰ ਸਕਦੇ ਆ। ਹੁਣ ਇਹਦੇ ਵਿੱਚ ਆਪਾਂ ਇੱਕ ਸਾਰਾ ਸਾਰੰਸ਼ ਦਾ ਕੀ ਕੱਢਿਆ ਇਹਨਾਂ ਚੈਪਟਰਾਂ ਦਾ? ਕਿ ਪਾਪ ਤੋਂ ਮੁਕਤੀ ਪਾਉਣ ਲਈ ਪ੍ਰਭੂ ਜੀ ਦੇ ਸਹਾਰਾ ਲਓ, ਉਹਦੇ ਪਵਿੱਤਰ ਸ਼ਾਸਤਰ ਦਾ। ਤੇ 3 ਚੀਜ਼ਾਂ ਨੇ ਜਿਹੜੀਆਂ ਸਾਡੇ ਵਿੱਚ ਨੇ। ਕੀ ਹੈ? ਕਿ ਜਿਹੜੀਆਂ ਅਸੀਂ ਕੰਟਰੋਲ 'ਚ ਕਰਨੀਆਂ। ਯੂ ਓਨਲੀ ਹੈਵ ਕੰਟਰੋਲ ਆਫ 3 ਥਿੰਗਸ ਇਨ ਯੂਰ ਲਾਈਫ: the thought you think, the image you visualize, and the action you take। ਭੈਣੋ ਤੇ ਭਰਾਓ, ਮੈਂ ਹੱਥ ਜੋੜ ਕੇ ਇਹ ਬੇਨਤੀ ਕਰਦਾ ਕਿ ਤੁਸੀਂ ਜੇ ਕਿੰਗਡਮ ਆਫ ਹੈਵਨ ਦੇ ਵਿੱਚ ਜਾਣਾ ਚਾਹੁੰਦੇ ਜੋ ਤੇ ਇਹ 3 ਚੀਜ਼ਾਂ ਤੁਹਾਡੇ ਹੱਥ 'ਚ ਨੇ, ਬਾਕੀ ਸਾਰਾ ਪ੍ਰਭੂ ਕਰੇਗਾ। ਵਿਦ ਦੀ ਗ੍ਰੇਸ ਆਫ ਦੀ ਗੋਡ ਵੀ ਗੈਟ ਦਾ ਸਾਲਵੇਸ਼ਨ। ਤੁਸੀਂ ਕੀ ਕਰਨਾ? ਦਾ ਥਾਟ ਯੂ ਥਿੰਕ, ਤੁਹਾਡੇ ਜਿਹੜੇ ਵਿਚਾਰ ਨੇ ਉਹ ਬਹੁਤ ਪਵਿੱਤਰ ਹੋਣੇ ਚਾਹੀਦੇ ਨੇ। ਨੰਬਰ 2, ਦਾ ਇਮੇਜ ਯੂਰ ਵਿਜ਼ੂਲਾਈਜ਼, ਕਿ ਤੁਸੀਂ ਇੱਥੇ ਕੀ ਆਪਣਾ ਵਿਜ਼ੂਲਾਈਜ਼ ਕੀ ਕਰਦੇ ਜੋ। ਜੇਕਰ ਤੁਹਾਡੀ ਇਮੇਜ ਜਿਹੜੀ ਬਣਾਈ ਵਿਜ਼ੂਲੇਸ਼ਨ ਜਿਹੜੀ ਉਹ ਗਲਤ ਆ ਤਾਂ ਉਹ ਪਾਪ ਵੱਲ ਜਾਏਗੀ, ਤੇ ਜੇ ਸਹੀ ਬਣਾਓਗੇ ਤਾਂ ਉਹ ਪ੍ਰਭੂ ਵੱਲ ਲੈ ਕੇ ਜਾਏਗੀ। ਇਹ ਤੁਹਾਡੇ ਹੱਥ 'ਚ। ਥਰਡ ਕੀ ਆ? ਐਕਸ਼ਨ ਯੂ ਟੇਕ, ਕਿ ਤੁਸੀਂ ਹੁਣ ਕਿਸ ਤਰ੍ਹਾਂ ਐਕਸ਼ਨ ਲੈਂਦੇ ਜੋ। ਇਹ 3 ਗੱਲਾਂ ਪ੍ਰਭੂ ਦੀਆਂ ਯਾਦ ਰੱਖ ਲਓ ਕਿ ਜਿਹੜੀਆਂ ਤੁਹਾਡੇ ਹੱਥ 'ਚ ਨੇ, ਤੇ ਪ੍ਰਭੂ ਨੇ ਕੀ ਕਰਨਾ? ਉਹ ਸਾਰਾ ਕੁਝ ਸਾਡੇ ਲਈ ਜਿਹੜਾ ਵਾ ਉਹ ਗੁੱਡ ਕਰ ਦੇਣਾ। ਸੋ ਇਸ ਕਰਕੇ ਪ੍ਰਭੂ ਵੱਲ ਧਿਆਨ ਦਿਓ। ਸਭ ਤੋਂ ਪਹਿਲਾਂ ਕੀ ਧਿਆਨ ਦੇਣਾ ਤੁਸੀਂ? ਕਿ ਮੈਂ ਪਾਪ ਤੋਂ ਮੁਕਤੀ ਪਾਉਣ ਵਾਸਤੇ ਪ੍ਰਭੂ ਨੂੰ अपनाना। गलतियाँ भी होगी और गलत भी समझा जाएगा, ये ज़िंदगी है जनाब। यहाँ तारीफ़ें भी होगी और कोसा भी जाएगा। सो ये चीज़ है, गलतियाँ साडे कोल होणगियां ते किवें असीं बनना। इतों कामयाबी का जुनून होना चाहिए, फिर मुश्किलों की क्या औकात है। अगर आपने मन में ये बात ठान ली कि मैं प्रभु को मानूंगा, उसके हुक्म पे चलूँगा, तो किसी दी की ਜ਼ਰੂਰਤ है कि ਤੁਹਾਨੂੰ उस गल तो रोक जाए। मैं ਹੁਣ ਸਾਰਿਆਂ ਲਈ ਭੈਣ ਭਰਾਵਾਂ ਲਈ प्रार्थना करदा। लॉर्ड, you know our coming. Lord, you know our coming in and going out. You know the past, present and future. Guide us in our life decisions. Make it clear the direction we should track. Let us listen and hear
Let us trust and move on your direction and guidance, not our own. Thank you for your wisdom. Amen. In the name of the Father, Son, and Holy Spirit. Amen. God bless you, my sister and brothers. God is peace with you. Thank you. Thank you. Praise the Lord. Praise the